ਮੁੱਖ ਦੋਸ਼ੀ ਆ ਉਹ ਸੁਖਬੀਰ ਬਾਦਲ ਤੇ ਸਰਸੇ ਵਾਲਾ। ਇਹਨਾਂ ਤੋਂ ਬਿਨਾਂ ਦੋਸ਼ੀ ਕਰਨ ਤੇ ਕਰਵਾਉਣ ਵਾਲਾ ਗੁਰਮੁਖੋ ਕੋਈ ਨਹੀਂ। ਚਸ਼ਮਦੀਦ ਅਸੀਂ ਗਵਾਹ ਤੇ ਅਸੀਂ ਆਪਣੇ ਬਿਆਨਾਂ ਵਿੱਚ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਦੱਸਿਆ 6 ਵਜੇ ਬਾਣੀ ਪੜ੍ਹਦੀ ਸੰਗਤ ਦੇ ਉੱਪਰ ਪੁਲਿਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਆ। ਲਾਠੀ ਚਾਰਜ ਹੋਇਆ। ਦੋਵੇਂ ਚੋਰ ਆ, ਕੈਪਟਨ ਵੀ ਚੋਰ ਆ, ਬਾਦਲ ਵੀ ਚੋਰ ਆ ਤੇ ਚੋਰ ਹਮੇਸ਼ਾ ਵਾਸਤੇ ਚੋਰਾਂ ਦੇ ਭਾਈ ਹੁੰਦੇ ਤੇ ਚੋਰ ਚੋਰ ਨੂੰ ਬਚਾਉਣ ਦਾ ਯਤਨ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਪਤਾ ਹੈ ਕਿ 2015 ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪ ਗੁਟਕੇ ਸਾਹਿਬ ਪੋਥੀਆਂ ਦੀ ਥਾਂ ਥਾਂ 'ਤੇ ਬੇਅਦਬੀ ਸ਼ੁਰੂ ਹੋਈ ਤੇ ਅੱਜ ਵੀ ਨਿਰੰਤਰ ਜਾਰੀ ਆ। ਉਸ ਦੇ ਸੰਬੰਧ ਵਿੱਚ ਪਹਿਲਾਂ ਬਾਦਲ ਸਰਕਾਰ ਵੱਲੋਂ 3 ਕਮਿਸ਼ਨ ਬਣਾਏ ਗਏ ਜਿਨ੍ਹਾਂ ਦੀਆਂ ਰਿਪੋਰਟਾਂ ਤਿਆਰ ਹੋਈਆਂ ਪਰ ਉਹ ਕਿਸੇ ਸਿਰੇ ਨਾ ਚੜ੍ਹ ਸਕੀਆਂ। ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਹੱਥ ਵਿੱਚ ਗੁਟਕਾ ਸਾਹਿਬ ਲੈ ਕਰਕੇ ਪਰਨ ਕੀਤਾ ਸੀ। ਜਨਤਾ ਨੂੰ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਬੇਅਦਬੀ ਦੋਸ਼ੀ ਜਿਹੜੀ ਆ ਉਹਨਾਂ ਦੀਆਂ ਪੈੜਾਂ ਬਾਦਲ ਪਰਿਵਾਰ ਬਾਦਲ ਘਰ ਵੱਲ ਜਾਂਦੀਆਂ। ਮੈਂ ਜਨਤਾ ਦੇ ਕਟਹਿਰੇ ਵਿੱਚ ਕਾਨੂੰਨ ਦੇ ਦਾਇਰੇ ਵਿੱਚ ਲਿਆ ਕਰਕੇ ਇਹਨਾਂ ਨੂੰ ਸਜ਼ਾ ਦਿਵਾਵਾਂਗਾ। ਲੋਕਾਂ ਨੇ ਵਿਸ਼ਵਾਸ ਕੀਤਾ, ਬੇਸਮਝੀ ਕੀਤੀ। ਕੈਪਟਨ ਸਰਕਾਰ ਵੱਲੋਂ ਇੱਕ ਸਿੱਟ ਤਿਆਰ ਕੀਤੀ ਗਈ ਜਿਨ੍ਹਾਂ ਨੇ ਬੜੀ ਤਨਦੇਹੀ ਦੇ ਨਾਲ ਮਿਹਨਤ ਕੀਤੀ ਤੇ ਰਿਪੋਰਟ ਤਿਆਰ ਕੀਤੀ ਆ। ਪਰ ਜਦੋਂ ਕਿਸੇ ਸਿਰੇ ਲੱਗਣੀ ਸੀ ਗੱਲ ਤੇ ਹਾਈ ਕੋਰਟ ਵੱਲੋਂ ਸਰਕਾਰ ਵੱਲੋਂ ਉਸ ਰਿਟ ਨੂੰ ਤੇ ਰਿਟ ਦੀ ਤਿਆਰ ਕੀਤੀ ਰਿਪੋਰਟ ਨੂੰ ਖਾਰਜ ਕੀਤਾ ਗਿਆ। ਕੈਪਟਨ ਸਰਕਾਰ ਵੱਲੋਂ ਦੁਬਾਰਾ ਇੱਕ ਸਿੱਟ ਤਿਆਰ ਕੀਤੀ ਗਈ ਆ ਇਸੇ ਬੇਅਦਬੀ ਦੇ ਤੇ ਜਿਹੜੇ ਕਤਲकांड ਹੋਇਆ ਇਹਦੇ ਸੰਬੰਧ ਵਿੱਚ। ਮੈਨੂੰ ਬੀਤੇ ਦਿਨੀ SP ਹਰਪਾਲ ਸਿੰਘ ਵੱਲੋਂ ਉਹਨਾਂ ਦੇ ਰਾਹੀਂ ਇੱਕ ਸੱਦਾ ਪੱਤਰ ਆਇਆ ਸੀ। ਬੀਤੇ ਦਿਨੀ ਮੋਹਾਲੀ ਦੀ ਧਰਤੀ 'ਤੇ ਜਾ ਕਰਕੇ ਇੱਥੇ ਵਿਜੀਲੈਂਸ ਦਾ ਦਫ਼ਤਰ ਆ, ਆਪਣੇ ਸੱਦੇ ਅਨੁਸਾਰ ਦੱਸੇ ਹੋਏ ਸਮੇਂ ਦੇ ਅਨੁਸਾਰ ਮੈਂ ਸਿੱਟ ਕੋਲ ਪੇਸ਼ ਹੋਇਆ ਸੀ। ਸਿੱਟ ਨੇ ਮੇਰੇ ਨਾਲ ਸਵਾਲ ਜਵਾਬ ਲਗਭਗ 2.5-3 ਘੰਟੇ ਕੀਤੇ। ਮੇਰੇ ਨਾਲ ਸਤਿਕਾਰਯੋਗ ਬਾਬਾ ਰੇਸ਼ਮ ਸਿੰਘ ਜੀ ਖਖਰਾਣੇ ਵਾਲੇ ਵੀ ਸਨ। ਅਸੀਂ ਉੱਥੇ ਦੋਨਾਂ ਨੇ ਜੋ ਆਪਣੀਆਂ ਅੱਖਾਂ ਨਾਲ ਵੇਖਿਆ, ਕੰਨਾਂ ਨਾਲ ਸੁਣਿਆ। ਅਸੀਂ 3 ਕਮਿਸ਼ਨਾਂ ਨੂੰ ਵੀ ਦੱਸਿਆ ਤੇ ਪਹਿਲੀ ਸਿੱਟ ਨੂੰ ਵੀ ਦੱਸਿਆ ਤੇ ਹੁਣ ਵਾਲੀ ਸਿੱਟ ਨੇ ਸਾਡੇ 'ਤੇ ਜਦੋਂ ਸਵਾਲ ਕੀਤੇ ਆ, ਸਾਡਾ ਜਵਾਬ ਸੀ ਕਿ ਸਾਡੇ ਪਹਿਲਾਂ ਵਾਲੇ ਬਿਆਨ ਆ ਨਾ ਤਾਂ ਅਸੀਂ ਬਦਲਣਾ ਤੇ ਨਾ ਸਾਡੇ ਬਿਆਨ ਹੀ ਬਦਲ ਸਕਦੇ ਆ। ਪਰ ਅਸੀਂ ਅਫਸੋਸ ਯਾਰ ਕੀਤਾ ਸੀ ਕਿ ਇਸ ਦੇਸ਼ ਦੀ ਇੱਜ਼ਤ ਵਾਸਤੇ ਸਾਡੇ ਵੱਡ ਵਡੇਰੇ ਮੁਗਲਾਂ ਦੇ ਨਾਲ ਲੜਦੇ ਰਹੇ, ਹਿੰਦੁਸਤਾਨ ਦੀ ਇੱਜ਼ਤ ਵਾਸਤੇ। ਇਸੇ ਤਰ੍ਹਾਂ ਮੁਗਲ ਤੋਂ ਆਜ਼ਾਦ ਹੋਣ ਤੋਂ ਬਾਅਦ ਸਾਡੇ ਵੱਡ ਵਡੇਰੇ ਇਸ ਦੇਸ਼ ਦੀ ਇੱਜ਼ਤ ਵਾਸਤੇ ਅੰਗਰੇਜ਼ਾਂ ਨਾਲ ਲੜਦੇ ਰਹੇ। ਪਰ ਸਾਨੂੰ ਉਸ ਸੰਘਰਸ਼ ਦਾ ਜਾਂ ਲੜਾਈ ਦਾ ਸਨਮਾਨ ਚਿੰਨ੍ਹ, ਸਨਮਾਨ ਪੱਤਰ ਇਹ ਮਿਲਿਆ ਕਿ ਹਿੰਦੁਸਤਾਨ ਦੀ ਧਰਤੀ 'ਤੇ ਲੰਮੇ ਸਮੇਂ ਤੋਂ ਲੈ ਕਰਕੇ ਸਿੱਖਾਂ ਨੂੰ ਜਰਾਇਮ ਪੇਸ਼ੇ ਦਾ ਖਿਤਾਬ ਦਿੱਤਾ ਗਿਆ। ਥਾਵਾਂ ਥਾਵਾਂ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਗੁਟਕੇ ਸਾਹਿਬ ਤੇ ਪੋਥੀਆਂ ਦੀ ਬੇਅਦਬੀ ਅੱਜ ਵੀ ਜਾਰੀ ਆ। ਅਸੀਂ ਆਪਣਾ ਅਫਸੋਸ ਯਾਰ ਕੀਤਾ ਸੀ ਕਿ ਪਹਿਲੀਆਂ ਸਿੱਟਾਂ ਜਾਂ ਕਮਿਸ਼ਨਾਂ ਨੇ ਕੋਈ ਨਤੀਜਾ ਸਾਨੂੰ ਜਨਤਕ ਨਹੀਂ ਕਰਕੇ ਦਿੱਤਾ। ਪਰ ਮੈਂ ਬੇਨਤੀ ਕੀਤੀ ਕਿ ਜਿੰਨਾ ਚਿਰ ਤੱਕ ਤੁਸੀਂ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜੇ ਕਰਕੇ ਸਲਾਖਾਂ ਦੇ ਪਿੱਛੇ ਬੰਦ ਨਹੀਂ ਕਰਦੇ, ਉਹਨਾਂ ਦੀ ਅਸਲੀਅਤ ਜਨਤਕ ਨਹੀਂ ਕਰਦੇ, ਉਹਨਾਂ ਚਿਰ ਤੱਕ ਸਿੱਖ ਹਿਰਦੇ ਕਦੇ ਵਾਸਤੇ ਸ਼ਾਂਤ ਨਹੀਂ ਹੋਣਗੇ। ਪਰ ਅਸੀਂ ਤੁਹਾਡੇ 'ਤੇ ਵਿਸ਼ਵਾਸ ਵੀ ਨਹੀਂ ਕਰਦੇ। ਸਾਡੇ ਤੋਂ ਇੱਕ ਵਾਰ ਬਿਆਨ ਪੁੱਛੋ, 100 ਵਾਰ ਪੁੱਛੋ, 1000 ਵਾਰ ਪੁੱਛੋ, ਅਸੀਂ ਆਪਣੇ ਬਿਆਨ ਦਰਜ ਕਰਾਉਣ ਵਾਸਤੇ ਆਵਾਂਗੇ ਕਿਉਂਕਿ ਸਾਡਾ ਫਰਜ਼ ਆ। ਜੇਕਰ ਅਸੀਂ ਬਿਆਨ ਦਰਜ ਨਹੀਂ ਕਰਾਉਂਦੇ ਤੁਸੀਂ ਸਾਨੂੰ ਸੱਚਿਆਂ ਨੂੰ ਝੂਠੇ ਕਰ ਦੇਣਾ ਕਿ ਸਾਨੂੰ ਕਿਸੇ ਨੇ ਆ ਕਰਕੇ ਬਿਆਨ ਲਿਖਾਏ ਨਹੀਂ। ਅਸੀਂ ਆਪਣੇ ਚਸ਼ਮਦੀਦ ਅਸੀਂ ਗਵਾਹ ਤੇ ਅਸੀਂ ਆਪਣੇ ਬਿਆਨਾਂ ਵਿੱਚ ਪਹਿਲਾਂ ਵੀ ਦੱਸਿਆ ਤੇ ਹੁਣ ਵੀ ਦੱਸਿਆ ਕਿ ਉਸ ਟਾਈਮ 'ਤੇ 6 ਵਜੇ ਦਾ ਅੰਮ੍ਰਿਤ ਵੇਲੇ ਦਾ ਟਾਈਮ ਸੀ। 6 ਵਜੇ ਬਾਣੀ ਪੜ੍ਹਦੀ ਸੰਗਤ ਦੇ ਉੱਪਰ ਪੁਲਿਸ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਆ। ਲਾਠੀ ਚਾਰਜ ਹੋਇਆ, ਅਥਰੂ ਗੈਸ ਦੇ ਗੋਲੇ ਚਲਾਏ ਆ। ਕੋਟਕਪੂਰੇ ਚੌਂਕ ਦੇ ਵਿੱਚ ਗੁਰਮੁਖੋ 4 ਸੜਕਾਂ ਪੈਂਦੀਆਂ, ਸੜਕ ਕੋਈ ਨਹੀਂ ਰੋਕੀ, ਬਾਜ਼ਾਰ ਨਹੀਂ ਬੰਦ ਕਰਾਇਆ ਜਾਂ ਕੋਈ ਨਾਅਰੇਬਾਜ਼ੀ ਨਹੀਂ ਕੀਤੀ। ਇੱਕ ਸਿੱਖ ਕੌਮ ਵੱਲੋਂ ਮਿਸਾਲ ਕਾਇਮ ਕੀਤੀ ਗਈ ਆ
ਕਿ 2015 ਤੋਂ ਲੈ ਕਰਕੇ ਅੱਜ ਤੱਕ ਦੇਸ਼ ਵਿਦੇਸ਼ ਵਿੱਚ ਥਾਵਾਂ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੀ ਬੇਅਦਬੀ ਹੋਈ ਆ, ਪਰ ਕਿਸੇ ਵੀ ਜਗ੍ਹਾ 'ਤੇ ਸਰਕਾਰ ਦਾ, ਪ੍ਰਸ਼ਾਸਨ ਦਾ ਜਾਂ ਸਮਾਜ ਦਾ, ਦੇਸ਼ ਦਾ ਕੋਈ ਵੀ ਜਾਨੀ ਤੇ ਮਾਲੀ ਨੁਕਸਾਨ ਨਹੀਂ ਕੀਤਾ। ਇੱਧਰ ਦੂਜੇ ਪਾਸੇ ਜਦੋਂ ਦੂਜੀਆਂ ਕੌਮਾਂ ਵੱਲੋਂ ਧਰਨੇ ਲੱਗਦੇ ਆ, ਅਰਬਾਂ ਕਰੋੜਾਂ ਦਾ ਨੁਕਸਾਨ ਜਾਨੀ ਤੇ ਮਾਲੀ ਕੀਤਾ ਜਾਂਦਾ, ਪਰ ਸਿੱਖ ਨੂੰ ਆਏ ਵਾਰ ਇਹ ਕਿਹਾ ਜਾਂਦਾ ਕਿ ਅਮਨ ਸ਼ਾਂਤੀ ਗੁਰਮੁਖੋ, ਅਮਨ ਸ਼ਾਂਤੀ ਕਿੱਥੋਂ ਤੱਕ ਰਹੂਗੀ ਜੇਕਰ ਇਸੇ ਤਰ੍ਹਾਂ ਬੇਅਦਬੀਆਂ ਹੁੰਦੀਆਂ ਰਹੀਆਂ, ਸਰਕਾਰ ਜਾਂ ਸਰਕਾਰ ਵੱਲੋਂ ਬਣਾਈਆਂ ਸਿੱਟਾਂ ਕੋਲੋਂ ਸਾਨੂੰ ਇਨਸਾਫ ਨਾ ਮਿਲਿਆ ਤੇ ਅਮਨ ਸ਼ਾਂਤੀ ਜਿਹੜੀ ਆ ਉਹ ਕਦੇ ਵਾਸਤੇ ਕਾਇਮ ਨਹੀਂ ਰਹੇਗੀ। ਜੇਕਰ ਸਰਕਾਰ ਤੇ ਪ੍ਰਸ਼ਾਸਨ ਨੇ ਅਮਨ ਸ਼ਾਂਤੀ ਕਾਇਮ ਰੱਖਣੀ ਆ ਤੇ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਤੇ ਕਰਵਾਈ ਆ, ਜਿਹੜੇ ਆਮ ਲੋਕ ਆ ਉਹਨਾਂ ਨੂੰ ਤਾਂ ਫੜ ਕਰਕੇ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ, ਪਰ ਇਹ ਹਾਈ ਕਮਾਂਡ ਕੌਣ ਆ, ਇਹਨਾਂ ਨੂੰ ਚਲਾਉਂਦਾ ਕੌਣ ਆ, ਇਹ ਬੇਅਦਬੀ ਕਰਨ ਦੀ ਗੱਲ ਕਿੱਥੋਂ ਚੱਲੀ ਆ। ਮੈਂ ਇਹ ਵੀ ਆਪਣੇ ਬਿਆਨਾਂ ਵਿੱਚ ਸਿੱਟ ਅੱਗੇ ਦੱਸਿਆ ਸੀ ਕਿ ਜੇਕਰ ਜਨਤਾ ਦੀ ਆਵਾਜ਼ ਸੁਣੋਗੇ, ਜਨਤਾ ਦੀ ਆਵਾਜ਼ ਵਿੱਚ ਦੋ ਬੰਦੇ ਮੁੱਖ ਦੋਸ਼ੀ ਆ, ਉਹ ਸੁਖਬੀਰ ਬਾਦਲ ਤੇ ਸਰਸੇ ਵਾਲਾ, ਇਹਨਾਂ ਤੋਂ ਬਿਨਾਂ ਦੋਸ਼ੀ ਕਰਨ ਤੇ ਕਰਵਾਉਣ ਵਾਲਾ ਗੁਰਮੁਖੋ ਕੋਈ ਨਹੀਂ। ਜਿੰਨਾ ਚਿਰ ਇਹਨਾਂ ਦੇ ਉੱਪਰ, ਦੋਨਾਂ ਦੇ ਉੱਪਰ, ਸਰਸੇ ਵਾਲੇ ਦੇ ਉੱਪਰ ਤੇ ਸੁਖਬੀਰ ਬਾਦਲ ਦੇ ਉੱਪਰ ਕੋਈ ਬਣਦੀ ਕਾਰਵਾਈ ਨਹੀਂ ਕਰਦੇ, ਉਹਨਾਂ ਚਿਰ ਤੱਕ ਸਿੱਖ ਹਿਰਦੇ ਕਦੇ ਵਾਸਤੇ ਸ਼ਾਂਤ ਨਹੀਂ ਹੋਣਗੇ। ਜੇਕਰ ਸਿੱਖ ਹਿਰਦੇ ਸ਼ਾਂਤ ਕਰਨੇ ਆ, ਜਿਨ੍ਹਾਂ ਨੇ ਬੇਅਦਬੀ ਕੀਤੀ, ਇਹ ਗੱਲ ਕਿੱਥੋਂ ਚੱਲੀ ਆ, ਇਹਦਾ ਕਾਰਨ ਕੀ ਆ, ਉਹ ਜਨਤਕ ਕਰੋ। ਜਨਤਕ ਕਰਨ ਤੋਂ ਬਾਅਦ ਜਦੋਂ ਬਣਦੀ ਉਹਨਾਂ ਨੂੰ ਸਜ਼ਾ ਮਿਲ ਜਾਵੇਗੀ, ਉਸ ਟਾਈਮ 'ਤੇ ਸਾਰੇ ਸਿੱਖ ਹਿਰਦੇ ਸ਼ਾਂਤ ਹੋ ਜਾਣਗੇ। ਇਹ ਬਿਆਨ ਮੈਂ ਸਿੱਟ ਕੋਲੇ ਆਪਣੇ ਜਿਹੜੇ ਸੀ ਪਹਿਲਾਂ ਵੀ ਲਿਖਾਏ, ਕਮਿਸ਼ਨ ਕੋਲੇ ਲਿਖਾਏ ਤੇ ਪੰਜਵੀਂ ਵਾਰ ਸਿੱਟ ਕੋਲੇ ਮੋਹਾਲੀ ਵਿਜੀਲੈਂਸ ਦੇ ਦਫ਼ਤਰ ਵਿੱਚ ਜਾ ਕਰਕੇ ਲਿਖਾ ਕਰਕੇ ਆਏ ਹਾਂ। ਆਉਣ ਵਾਲੇ ਦਿਨਾਂ ਵਿੱਚ ਕੀ ਹੁੰਦਾ, ਸਿੱਟ ਕਿਹੋ ਜਿਹੀ ਕਾਰਗੁਜ਼ਾਰੀ ਕਰਦੀ ਆ, ਮੈਂ ਆਪਣੇ ਸਿੱਟ ਕੋਲੇ ਇਹ ਵੀ ਬਿਆਨ ਕੀਤਾ ਸੀ ਕਿ ਤੁਸੀਂ ਸਰਕਾਰ ਦੇ ਨੌਕਰ ਆ, ਸਰਕਾਰ ਜਿਸ ਤਰ੍ਹਾਂ ਤੁਹਾਨੂੰ ਕਹੇਗੀ ਉਸੇ ਤਰ੍ਹਾਂ ਤੁਸੀਂ ਕਰੋਗੇ, ਆਪਣੀ ਮਨ ਮਰਜ਼ੀ ਜਾਂ ਨਹੀਂ ਕਰ ਸਕਦੇ। ਜਿਹੜੇ ਅਫਸਰ ਸਨ ਉਹ ਕਿਹੜੇ ਉਹਨਾਂ ਨੂੰ ਮੈਂ ਆਪਣੇ ਬਿਆਨਾਂ ਵਿੱਚ ਇਹ ਵੀ ਬੋਲ ਕਰਕੇ ਦੱਸਿਆ ਸੀ ਕਿ ਜਿਹੜਾ ਕਮਾਂਡਰ ਅਫਸਰ ਸੀ, ਸਾਰੇ ਪੁਲਿਸ ਪ੍ਰਸ਼ਾਸਨ ਦੀ ਅਫਸਰਾਂ ਦੀ ਕਮਾਂਡ ਕਰਦਾ ਸੀ, ਉਹ ਸੀ ਪਰਮਰਾਜ ਉਮਰਾ ਨੰਗਲ, 2 DIG, ਇੱਕ ਖਟੜਾ DIG ਤੇ ਇੱਕ ਅਮਰ ਸਿੰਘ ਚਹਿਲ DIG, 2 DIG ਰੈਂਕ ਦੇ ਅਫਸਰ ਸਨ। ਬਾਕੀ SSP ਫਰੀਦਕੋਟ, SSP ਮੋਗਾ, SSP ਫਿਰੋਜ਼ਪੁਰ, SSP ਫਾਜ਼ਿਲਕਾ, SSP ਮੁਕਤਸਰ ਸਾਹਿਬ, SSP ਬਰਨਾਲਾ, SSP ਇਸੇ ਤਰ੍ਹਾਂ ਬਠਿੰਡਾ, SSP ਜਿਹੜਾ ਮਾਨਸਾ, ਇਸੇ ਤਰ੍ਹਾਂ SSP ਸੰਗਰੂਰ, ਇਹ SSP ਰੈਂਕ ਦੇ ਉੱਥੇ ਅਫਸਰ ਤਾਇਨਾਤ ਸਨ। ਅਮਨ ਸ਼ਾਂਤੀ ਦੇ ਨਾਲ ਅੰਮ੍ਰਿਤ ਵੇਲੇ ਦਾ ਸਮਾਂ ਜਾਣ ਕਰਕੇ 18 ਤੋਂ 20 ਹਜ਼ਾਰ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰਬਾਣੀ ਪੜ੍ਹਦੀਆਂ ਸਨ। ਸ਼੍ਰੀ ਜਪਜੀ ਸਾਹਿਬ ਦੀ ਗੁਰਬਾਣੀ ਦਾ ਪਾਠ ਸੰਪੂਰਨ ਹੋਇਆ ਸੀ। ਜਾਪ ਸਾਹਿਬ ਦਾ 6ਵਾਂ ਛੰਦ ਸ਼ੁਰੂ ਹੋਇਆ ਸੀ, ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਗੁਰਬਾਣੀ ਪੜ੍ਹਦੀਆਂ ਸੰਗਤਾਂ ਦੇ ਉੱਪਰ ਗੰਦੇ ਪਾਣੀ ਦੀਆਂ ਵਿਛਾੜਾਂ, ਡਾਂਗਾਂ ਦੀ ਮਾਰ, ਪਲਾਸਟਿਕ ਦੀਆਂ ਗੋਲੀਆਂ, ਅਥਰੂ ਗੈਸ ਦੇ ਗੋਲੇ ਦਾਗੇ ਗਏ। ਗੁਰਮੁਖੋ ਅੰਨਾ ਤਸ਼ੱਦਦ ਪੁਲਿਸ ਪ੍ਰਸ਼ਾਸਨ ਵੱਲੋਂ ਸੁਖਬੀਰ ਬਾਦਲ ਦੀ ਹਦਾਇਤ ਜਾਂ ਸਮੇਧ ਸੈਣੀ ਜਿਹੜਾ DGP ਸੀ, ਉਹਦੀ ਹਦਾਇਤ ਦੇ ਅਨੁਸਾਰ ਪਰਮਰਾਜ ਉਮਰਾ ਨੰਗਲ ਨੂੰ ਹੁਕਮ ਕੀਤਾ ਗਿਆ। ਅੱਗੇ ਉਹਨਾਂ ਦੇ ਜਿਹੜੇ ਕਮਾਂਡਰ ਸਨ, ਉਹਨਾਂ ਦੀ ਕਮਾਂਡ ਥੱਲੇ ਕੰਮ ਕਰਦੇ ਸਨ, ਉਹਨਾਂ ਨੇ ਇਹ ਅੰਨ੍ਹੇਵਾਹ ਤਸ਼ੱਦਦ ਕੀਤਾ। ਇਹ ਬਿਆਨ ਮੈਂ ਆਪਣੇ ਪਹਿਲਾਂ ਵੀ ਸਿੱਟ ਕੋਲੇ ਲਿਖਾਏ ਸਨ ਤੇ ਜਿਹੜੇ 3 ਕਮਿਸ਼ਨ ਸਰਕਾਰ ਵੱਲੋਂ ਬਣਾਏ ਗਏ ਸਨ ਉਹਨਾਂ ਕੋਲੇ ਵੀ ਲਿਖਾਏ ਆ, ਤੇ ਐਤਕੀ ਵੀ ਜਿਹੜੀ ਕੈਪਟਨ ਸਰਕਾਰ ਵੱਲੋਂ ਸਿੱਟ ਤਿਆਰ ਕੀਤੀ ਗਈ ਆ ਉਹਨਾਂ ਕੋਲੇ ਮੈਂ ਆਪਣੇ ਬਿਆਨ ਲਿਖਾ ਕਰਕੇ ਆ। ਇਹ ਬੇਨਤੀ ਮੇਰੀ ਸਾਰੀਆਂ ਸੰਗਤਾਂ ਨੇ ਪ੍ਰਵਾਨ ਕਰਨੀ। ਭਾਈ ਸਾਹਿਬ, ਜਿਹੜੇ ਪਹਿਲੇ ਜਾਂਚ ਕਮਿਸ਼ਨ ਹੈ ਉਹਨਾਂ ਵਿੱਚ ਤੇ ਜਿਹੜੇ ਨਵਾਂ 5ਵਾਂ ਜਾਂਚ ਕਮਿਸ਼ਨ ਹੈ, ਕੀ ਫਰਕ ਨਹੀਂ ਲੱਗਦਾ? ਵੇਖੋ ਜੀ, ਫਰਕ ਅਜੇ ਤੱਕ ਜਿਉਂ ਦਾ ਤਿਉਂ ਹੀ ਆ। ਜਿੰਨਾ ਚਿਰ ਤੱਕ ਤਨਦੇਹੀ ਦੇ ਨਾਲ ਜਾਂਚ ਕਰਕੇ ਜਨਤਕ ਨਹੀਂ ਕਰਦੇ, ਸਿੱਖਾਂ ਨੂੰ ਇਨਸਾਫ ਨਹੀਂ ਮਿਲਦਾ, ਉਹਨਾਂ ਚਿਰ ਗੁਰਮੁਖੋ ਸਿੱਖ ਵਾਸਤੇ ਇਹਨਾਂ 'ਤੇ ਵਿਸ਼ਵਾਸ ਕਰਨਾ ਬਹੁਤ ਜ਼ਿਆਦਾ ਔਖਾ। ਜਦੋਂ ਸਾਨੂੰ ਇਨਸਾਫ ਮਿਲੇਗਾ ਉਸ ਟਾਈਮ 'ਤੇ ਅਸੀਂ ਇਹਨਾਂ 'ਤੇ ਵਿਸ਼ਵਾਸ ਕਰਾਂਗੇ, ਕਿਉਂਕਿ ਸਰਕਾਰਾਂ ਹਮੇਸ਼ਾ ਵਾਸਤੇ ਆਪਣੀ ਕੁਰਸੀ ਨੂੰ ਕਾਇਮ ਰੱਖਣ ਵਾਸਤੇ ਇਹੋ ਜਿਹੇ ਤਰੀਕੇ ਪਹਿਲਾਂ ਵੀ ਵਰਤੀਆਂ ਸੀ, ਹੁਣ ਵੀ ਵਰਤਦੀਆਂ, ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਇਸ ਉਹਦੇ ਤਰੀਕੇ ਵਰਤਦੇ ਰਹਿਣੇ ਆ। ਕਿਉਂ
ਕਿ ਅੱਖਾਂ ਦੇ ਵਿੱਚ ਘੱਟਾ ਪਾਉਣਾ, ਪਰ ਜਨਤਾ ਹੁਣ ਜਿਹੜੀ ਆ ਅੱਖਾਂ ਵਿੱਚ ਘੱਟਾ ਨਹੀਂ ਪਾਉਂਦੀ। ਜਿੰਨਾ ਚਿਰ ਇਨਸਾਫ ਨਾ ਮਿਲਿਆ ਉਹਨਾਂ ਚਿਰ ਸਿੱਖ ਹਿਰਦੇ ਕਦੇ ਵਾਸਤੇ ਸ਼ਾਂਤ ਨਹੀਂ ਹੋਣ ਦੇਣਾ। ਤੁਸੀਂ ਇਹ ਮੰਨਦੇ ਹੋ ਕਿ ਵੀ ਸਰਕਾਰ ਦੀ ਜਿਹੜੀ ਆ ਸਮਾਂ ਟਪਾਉਣ ਦੀ ਚਾਹ ਹੈ? ਇਹ ਤੇ ਹਰ ਇੱਕ ਜਿਹੜਾ ਪੁਰਾਣਾ ਧਾਰੀ ਜੀਵ ਸਾਰਿਆਂ ਨੂੰ ਪਤਾ ਹੈ ਕਿ 4.5 ਸਾਲ ਦਾ ਸਮਾਂ ਕੈਪਟਨ ਸਰਕਾਰ ਦਾ ਬੀਤ ਗਿਆ, ਹੋਰ 2-3 ਮਹੀਨੇ ਦਾ ਸਮਾਂ ਰਹਿ ਗਿਆ, ਤੇ 2-3 ਮਹੀਨਿਆਂ ਦੇ ਵਿੱਚ ਜੀ ਜਦ ਜਾਂਚ ਕਮੇਟੀ ਹੈ ਕਿੰਨੀ ਕੁ ਆਪਣੀ ਤਨਦੇਹੀ ਦੇ ਨਾਲ ਕੰਮ ਕਰੂਗੀ। 2-3 ਮਹੀਨੇ ਦਾ ਸਮਾਂ ਰਹਿ ਗਿਆ, ਅੱਗੇ ਕੀ ਕਰਦੇ ਆ ਆਉਣ ਵਾਲਾ ਸਮਾਂ ਦੱਸੇਗਾ। ਮੰਨਦੇ ਹੋ ਕਿ ਕੈਪਟਨ ਸਾਹਿਬ ਬਾਦਲ ਸਾਹਿਬ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਕਰ ਰਹੇ? ਇਹ ਤੇ ਦੋਵੇਂ ਚੋਰ ਆ, ਕੈਪਟਨ ਵੀ ਚੋਰ ਆ, ਬਾਦਲ ਵੀ ਚੋਰ ਆ, ਤੇ ਚੋਰ ਹਮੇਸ਼ਾ ਵਾਸਤੇ ਚੋਰਾਂ ਦੇ ਭਾਈ ਹੁੰਦੇ, ਤੇ ਚੋਰ ਚੋਰ ਨੂੰ ਬਚਾਉਣ ਦਾ ਯਤਨ ਕਰਦਾ ਜੀ। ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ